ਸੋ ਹੁਣ ਕੋਵਿਡ-19 ਦੀ ਸਿਚੁਏਸ਼ਨ ਦੇ ਕਰਕੇ ਸਭ ਕੁਝ ਪੌਜ਼ ਹੈਗਾ ਆ, ਪਰ ਸਟਿਲ ਲੋਕਾਂ ਦੇ ਪਲਾਨ ਹੈਗੇ ਨੇ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਸਟੱਡੀ ਕਰਨੀ ਹੈਗੀ ਹੈ। ਸੋ ਇੱਕ ਕਾਲਜ ਹੈ, ਆਪਾਂ ਹੈਗੀਆਂ ਤੇ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ, ਕਿਉਂਕਿ ਆਪਣੇ ਕੋਲੇ ਬੁਟੀਕ ਸਾਈਜ਼ ਯੂਨੀਵਰਸਿਟੀ ਆ where we definitely care for each one of our students. ਸੋ ਆਪਾਂ ਸਟੂਡੈਂਟਸ ਨੂੰ ਉਹ ਪ੍ਰੋਵਾਈਡ ਕਰਦੇ ਹਾਂ ਦਾ actual work experience ਜਿਹੜਾ ਉਹਨਾਂ ਨੂੰ needed ਹੈਗਾ in order to graduate. So ਜਦੋਂ graduate ਹੁੰਦੇ ਆ they're ready for good jobs. ਸੋ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਿਵੇਂ ਐਡਮਿਸ਼ਨ ਲੈਣੀ ਹੈਗੀ ਹੈ। ਜੇ ਤੁਹਾਡਾ ਕੋਰਸ 2 ਸਾਲ ਜਾਂ ਉਹਦੇ ਤੋਂ ਉੱਪਰ ਹੁੰਦਾ ਵਾ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਜਿਹੜਾ ਕਿ ਤੁਹਾਨੂੰ PR ਲੈਣ ਦੇ ਵਿੱਚ ਬਹੁਤ ਹੈਲਪਫੁਲ ਰਹਿੰਦਾ ਵਾ। That is the life of graduate studies in Canada. So again, we want to make sure that the training is robust, the teaching is of high caliber, and our students are competent when they do graduate from the field. ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੋਂ ਓਪਨ ਵਰਕ ਪਰਮਿਟ ਹੁੰਦਾ ਵਾ ਤੇ ਕੋਈ ਬਾਉਂਡਰੀਜ਼ ਕੋਈ ਰਿਸਟ੍ਰਿਕਟ ਨਹੀਂ ਕਰਦੇ, ਤੁਸੀਂ ਐਨੀਵੇਅਰ ਤੁਸੀਂ ਕਿਤੇ ਵੀ ਕੰਮ ਕਰ ਸਕਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਨੇ ਇਸ ਟਾਈਮ, ਤੇ ਉਹਨਾਂ ਦੇ ਜਿਨ੍ਹਾਂ ਦੇ ਕੋਰਸ ਹੁਣ ਸਟਾਰਟ ਹੋਣ ਵਾਲੇ ਸੀ ਉਹਨਾਂ ਦੇ ਕਈ ਸਵਾਲ ਨੇ। ਉੱਥੋਂ ਕੁਐਸਚਨ ਇਹ ਆਉਂਦੇ ਨੇ ਕਿ ਜਿਨ੍ਹਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਚਾਹੇ ਇੰਡੀਆ ਦੇ ਵਿੱਚ ਨੇ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਨੇ, ਉਹਨਾਂ ਨੇ ਇੱਥੇ ਆਉਣਾ ਕੀ ਹੈ, ਕੀ ਕੁਝ ਉਹਨਾਂ ਨੂੰ ਆਉਣ ਦੇ ਲਈ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਕੀ ਕੁਝ ਉਹਨਾਂ ਨੂੰ ਦੇਖਣਾ ਪੈਣਾ ਹੈਗਾ, ਕਿਹੜਾ ਕੋਰਸ ਉਹਨਾਂ ਨੇ ਲੈਣਾ। ਸੋ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ। ਸੋ ਹੁਣ ਕੋਵਿਡ-19 ਦੀ ਸਿਚੁਏਸ਼ਨ ਦੇ ਕਰਕੇ ਸਭ ਕੁਝ ਪੌਜ਼ ਹੈਗਾ ਆ, ਪਰ ਸਟਿਲ ਲੋਕਾਂ ਦੇ ਪਲਾਨ ਹੈਗੇ ਨੇ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਸਟੱਡੀ ਕਰਨੀ ਹੈਗੀ ਹੈ। ਸੋ ਇੱਕ ਕਾਲਜ ਹੈ, ਸੋ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਿਵੇਂ ਐਡਮਿਸ਼ਨ ਲੈਣੀ ਹੈਗੀ ਹੈ, ਇਮੀਗ੍ਰੇਸ਼ਨ ਪ੍ਰੋਸੈਸ ਦੇ ਥਰੂ, ਦੈਨ ਕਾਲਜ ਦੇ ਵਿੱਚ ਫਿਰ ਪ੍ਰੋਗਰਾਮ ਕੋਆਰਡੀਨੇਟਰ ਹੁੰਦੇ ਨੇ। ਸੋ ਬਹੁਤ ਕੁਝ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਨੇ। ਕਈ ਵਾਰ ਸਾਨੂੰ ਕਿਸੇ ਹੋਰ ਕੰਟਰੀ ਦੇ ਵਿੱਚ ਬੈਠਿਆਂ ਨਹੀਂ ਪਤਾ ਹੁੰਦਾ ਕਿ ਸਾਨੂੰ ਕਿਹਦੇ ਨਾਲ ਸਲਾਹ ਕਰਨੀ ਚਾਹੀਦੀ ਹੈ। ਸੋ ਇਹ ਸਭ ਦੇ ਲਈ ਸਾਡੇ ਨਾਲ ਇਮੀਗ੍ਰੇਸ਼ਨ ਰਿਲੇਟਡ ਕੁਐਸਚਨ ਦੇ ਲਈ ਵੀ ਸਾਡੇ ਕੋਲ ਇਮੀਗ੍ਰੇਸ਼ਨ ਦੇ ਸਲਾਹਕਾਰ ਸਾਡੇ ਨਾਲ ਨੇ, ਤੇ ਨਾਲ ਹੀ ਸਾਡੇ ਨਾਲ ਇੱਕ ਯੂਨੀਵਰਸਿਟੀ ਦੇ ਵਿੱਚੋਂ ਪ੍ਰੋਗਰਾਮ ਕੋਆਰਡੀਨੇਟਰ ਨੇ, ਤੇ ਜੋ ਇੰਟਰਨੈਸ਼ਨਲ ਐਡਮਿਸ਼ਨਸ ਨੂੰ ਦੇਖਦੇ ਨੇ ਉਹ ਸਾਡੇ ਨਾਲ ਨੇ। ਸੋ ਐਲਡਰ ਯੂਨੀਵਰਸਿਟੀ ਦੇ ਜਿਹੜੇ ਲੋਕ ਨੇ, ਜਿਹੜੇ ਡਾਇਰੈਕਟਰ ਨੇ ਐਂਡ ਪ੍ਰੋਗਰਾਮ ਕੋਆਰਡੀਨੇਟਰ ਨੇ, ਅੱਜ ਮੇਰੇ ਨਾਲ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਆਈ ਹੈਵ ਮਿਸਟਰ ਹੈਰੀ ਫਰੋਮ ਡਾਇਰੈਕਟਰ ਐਂਡ ਫਾਊਂਡਰ ਆਫ Orican Educational Services, Mr. Kamal Singh, Associate Director of International Admissions, and I have Dr. Sandra Song, a Program Director. Welcome you all. Thank you. Thank you. ਸਭ ਤੋਂ ਪਹਿਲਾਂ ਆਪਾਂ ਹੈਰੀ ਨਾਲ ਗੱਲ ਸ਼ੁਰੂ ਕਰਦੇ ਹਾਂ। ਸੋ ਹੈਰੀ, ਐਜ਼ ਆਈ ਸੈਡ, ਮੈਨੀ ਕੁਐਸਚਨਸ ਕੇਮ ਇਨ ਆਰ ਮਾਈਂਡ ਜਦੋਂ ਅਸੀਂ ਇੰਟਰਨੈਸ਼ਨਲ ਸਟੱਡੀ ਕਰਨ ਦੇ ਲਈ ਆਉਣਾ, ਸਪੈਸ਼ਲੀ ਇਨ ਕੈਨੇਡਾ। ਸੋ ਫਰਸਟ ਆਫ ਆਲ, ਸਟੂਡੈਂਟਸ ਨੂੰ ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਜਦੋਂ ਉਹਨਾਂ ਨੇ ਕੈਨੇਡਾ ਦੇ ਵਿੱਚ ਆਉਣਾ ਇੰਟਰਨੈਸ਼ਨਲ ਸਟੱਡੀਜ਼ ਦੇ ਲਈ? ਲਾਈਕ ਜਿਵੇਂ ਕੋਈ ਕੋਰਸ ਚੂਜ਼ ਕਰਨਾ ਹੈ, ਕਾਲਜ ਚੂਜ਼ ਕਰਨਾ ਹੈ, ਯੂਨੀਵਰਸਿਟੀ ਚੂਜ਼ ਕਰਨੀ ਹੈ, ਸੋ ਕੀ ਕੁਝ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ? ਪਹਿਲਾਂ ਦਾਸ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਲੋ ਮਿਸਟਰ ਕਮਲ, ਹੈਲੋ ਸੈਂਡਰਾ। ਤੁਸੀਂ ਬੜਾ ਹੀ ਵਧੀਆ ਕੁਐਸਚਨ ਤੋਂ ਪ੍ਰੋਗਰਾਮ ਸਟਾਰਟ ਕੀਤਾ। ਇਹ ਕੁਐਸਚਨ ਤੇ ਬੇਸਿਕਲੀ ਡਿਸਕਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਕਿ ਉਹਨਾਂ ਨੂੰ ਸਮ ਟਾਈਮ ਕੀ ਹੁੰਦਾ ਕਿ ਕੋਰਸਿਸ ਦੀ ਨੌਲੇਜ ਨਹੀਂ ਹੁੰਦੀ, ਕਿਹੜੇ ਕਾਲਜ ਜਾਣਾ ਨਹੀਂ ਪਤਾ ਹੁੰਦਾ। ਸੋ ਦੀ ਵੈਰੀ ਫਸਟ ਥਿੰਗ ਇਜ਼ ਕਿ ਤੁਸੀਂ ਇਹ ਦੇਖਣਾ ਕਿ ਤੁਹਾਡਾ ਜਿਹੜਾ ਕੋਰਸ ਆ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ, ਤੇ ਜਿਸ ਇੰਸਟੀਟਿਊਸ਼ਨ ਤੁਸੀਂ ਜਾ ਰਹੇ ਹੋ ਕੀ ਉਹ DLI ਲਿਸਟਡ ਹੈਗਾ ਕਿ ਨਹੀਂ ਹੈਗਾ। ਕਿਉਂਕਿ ਸਮ ਟਾਈਮ ਕੀ ਹੁੰਦਾ ਕਾਲਜ DLI ਲਿਸਟਡ ਆ, ਬਟ ਜਿਸ ਕੋਰਸ ਲਈ ਤੁਸੀਂ ਜਾ ਰਹੇ ਹੋ ਉਹ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਹੈਗਾ। ਤੇ ਉਹ ਤੋਂ ਬਾਅਦ ਤੀਜੀ ਚੀਜ਼ ਜਿਹੜੀ ਤੁਸੀਂ ਆਪਣੇ ਮਾਈਂਡ 'ਚ ਰੱਖਣੀ ਆ ਉਹ ਹੈਗੀ ਆ ਲੈਂਥ। ਕੋਰਸ ਦੀ ਲੈਂਥ ਕਿੰਨੀ ਤੁਸੀਂ ਲੈ ਕੇ ਆਉਣਾ। ਲੈਟਸ ਸਪੋਜ਼ ਅਗਰ ਤੁਹਾਡਾ ਕੋਰਸ 8 ਮਹੀਨੇ ਜਾਂ ਉਹ ਤੋਂ ਘੱਟ ਆ, ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲੂਗਾ। ਤੇ ਜੇ ਤੁਹਾਡਾ ਕੋਰਸ 8 ਮਹੀਨਿਆਂ ਤੋਂ ਲੈ ਕੇ 2 ਸਾਲ ਦੇ ਵਿੱਚ ਕੰਪਲੀਟ, ਤੁਹਾਨੂੰ ਜਿੰਨੇ ਟਰਮ ਦਾ ਕੋਰਸ ਹੋਗਾ ਉਨਾ ਹੀ ਤੁਹਾਨੂੰ ਵਰਕ ਪਰਮਿਟ ਮਿਲੂਗਾ। ਲੈਟਸ ਸਪੋਜ਼ ਕਿ ਤੁਹਾਡਾ ਸਾਲ ਦਾ ਕੋਰਸ ਆ, ਤੁਹਾਨੂੰ ਸਾਲ ਦਾ ਵਰਕ ਪਰਮਿਟ। ਜੇ ਉਹ 15 ਮਹੀਨੇ ਦਾ ਕੋਰਸ ਆ ਤਾਂ 15 ਮਹੀਨੇ ਦਾ ਵਰਕ ਪਰਮਿਟ। ਜੇ ਤੁਹਾਡਾ ਕੋਰਸ 2 ਸਾਲ ਜਾਂ ਉਹਦੇ ਤੋਂ ਉੱਪਰ ਹੁੰਦਾ ਵਾ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ, ਜਿਹੜਾ ਕਿ ਤੁਹਾਨੂੰ PR ਲੈਣ ਦੇ ਵਿੱਚ ਬਹੁਤ ਹੈਲਪਫੁਲ ਰਹਿੰਦਾ ਵਾ। ਸੋ ਅਗਰ ਲੈਟਸ ਸਪੋਜ਼ ਸਮ ਟਾਈਮ ਕੁਐਸਚਨ ਹੁੰਦਾ ਕਿ ਜੀ ਮੈਂ 1 ਸਾਲ ਦਾ ਕੋਰਸ ਲਿਆ, ਉਹ ਤੋਂ ਬਾਅਦ 1 ਸਾਲ ਦਾ ਫਿਰ ਕੋਰਸ ਲੈ ਲਿਆ, ਸੋ 2 ਵੱਖਰੇ ਸਾਲ ਦੇ ਕੋਰਸ ਸੀਗੇ, ਤਾਂ ਵੀ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੂਗਾ ਅਗਰ ਤੁਹਾਡੇ ਦੋਨੇ ਕੋਰਸ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਐਲੀਜੀਬਲ ਸੀ। ਸੋ ਜਦੋਂ ਵੀ ਤੁਸੀਂ ਕੈਨੇਡਾ ਆਉਣਾ ਇੰਟਰਨੈਸ਼ਨਲ ਸਟੂਡੈਂਟ ਨੇ,
ਪਲੀਜ਼ ਤੁਸੀਂ ਇਹ ਗੱਲਾਂ ਜ਼ਰੂਰ ਨੋਟ ਕਰਿਆ ਕਰੋ, ਤੁਹਾਡਾ ਇੰਸਟੀਚਿਊਟ DLI ਲਿਸਟਡ ਹੈਗਾ ਕਿ ਨਹੀਂ ਹੈਗਾ, ਜਿਸ ਕੋਰਸ ਲਈ ਜਾ ਰਹੇ ਹੋ ਕੀ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ, ਤੁਹਾਡੇ ਕੋਰਸ ਦੀ ਲੈਂਥ ਕੀ ਆ, ਕਿਉਂਕਿ ਮੇਰੇ ਕੋਲ ਬਹੁਤ ਸਾਰੇ ਕੇਸਿਸ ਆਉਂਦੇ ਨੇ ਜਿਹੜੇ ਕਿ ਕੈਨੇਡਾ ਤਾਂ ਆ ਗਏ ਨੇ, ਬਟ ਉਹ ਜਿਹੜੇ ਇੰਸਟੀਚਿਊਟ ਗਏ ਨੇ ਉੱਥੇ ਅੱਗੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਹੈਗਾ, ਤੁਹਾਡੀ ਮਨੀ ਵੇਸਟ, ਤੁਹਾਡਾ ਟਾਈਮ ਵੇਸਟ। ਸੋ ਪਲੀਜ਼ ਇਹ ਗੱਲਾਂ ਨੂੰ ਧਿਆਨ ਰੱਖ ਕੇ ਹੀ ਤੁਸੀਂ ਕੈਨੇਡਾ ਦੇ ਵਿੱਚ ਆਓ ਤੁਸੀਂ। ਬਿਲਕੁਲ, so many questions came up in the mind ਕਿ ਕਿਹੜਾ ਕਾਲਜ ਹੋਣਾ ਚਾਹੀਦਾ ਹੈ, ਕਿਹੜਾ ਸਾਨੂੰ ਯੂਨੀਵਰਸਿਟੀ ਦੇ ਵਿੱਚ ਜਾਣਾ ਚਾਹੀਦਾ। So if I'll ask a question to Kamal. So Mr. Kamal, you are advisor, right? Associate director ਹੈਗੇ international admissions ਦੇ ਜਿਹੜੇ international schools ਦੇ ਵਿੱਚ ਆਉਂਦੇ ਆ। So you are from Alger University. So ਪਹਿਲਾਂ ਆਪਣੀ ਯੂਨੀਵਰਸਿਟੀ ਦੇ ਬਾਰੇ ਦੱਸੋ ਕਿ ਕੀ ਕੁਝ ਕਰਦੀ ਹੈ ਯੂਨੀਵਰਸਿਟੀ। Anji, Adler University, we have 3 campuses. Ek hegi online, ek hegi in Chicago, United States. The third one located in downtown Vancouver. We have be promoting 2 particular programs. One being a Master's of Public Policy and Administration, which Dr. Sandra is the program director. Kera dooja program hega Masters of Industrial Organizational and Psychology. So I think that apni target hegi hai kere students mangde hai to get back to the community, kere students mangde hai that social justice stream wase, kere students mangde hai that open work postgraduate work permit, kyunki sare programs eligible hege hai। Adler University ਦੇ ਜਿਹੜੀ ਬਹੁਤ ਵਧੀਆ ਚੀਜ਼ ਹੈਗੀ ਆ, ਸਾਡੇ programs ਵਿੱਚ internships ਹੈਗੇ ਆ। So ਆਪਾਂ students ਨੂੰ ਉਹ provide ਕਰਦੇ ਆ the actual work experience ਕਿਹੜਾ ਉਹਨਾਂ ਨੂੰ needed ਹੈਗਾ in order to graduate। So ਜਦੋਂ graduate ਹੁੰਦੇ ਆ they're ready for good jobs, ਕਿਉਂਕਿ end of the day ਜੇ ਤੁਸੀਂ ਇੰਨਾ ਪੈਸਾ ਲਾਉਂਦੇ ਹੋ obviously open work permit postgraduate work permit ਵੀ ਚਾਹੀਦਾ, ਪਰ ਨਾਲ ਦੀ ਨਾਲ good job ਚਾਹੀਦੀ ਹੈ ਕਿਤੇ ਤੁਸੀਂ difference make ਕਰ ਸਕਦੇ ਹੋ। And I think that's one of the best things that we at Adler University offer। ਕਮਲ, ਜਿੱਦਾਂ ਤੁਸੀਂ ਦੱਸਿਆ ਕਿ ਇੱਥੇ ਇਹ ਜਿਹੜੇ ਪ੍ਰੋਗਰਾਮ ਹੈਗੇ ਆਫਰ ਕੀਤੇ ਜਾਂਦੇ ਨੇ, ਬਟ ਕੰਡੀਸ਼ਨ ਕੀ ਹੈਗੀ ਹੈ? ਜਿਵੇਂ ਆਇਲਸ ਹੁੰਦੀ ਹੈ ਕਈ ਵਾਰ, ਸਮਟਾਈਮਸ ਐਕੈਡੈਮਿਕ ਐਕਸਪੀਰੀਅੰਸ ਹੁੰਦਾ ਹੈ ਜਾਂ ਐਕਸਪੀਰੀਅੰਸ ਚਾਹੀਦਾ ਹੁੰਦਾ, ਸੋ ਕੀ ਕੰਡੀਸ਼ਨਸ ਹੁੰਦੀਆਂ ਨੇ ਟੂ ਗੈਟ ਇਨਟੂ ਦ ਯੂਨੀਵਰਸਿਟੀ? So ਆਪਣੇ ਕੋਲ ਕਿਹੜੀ direct admissions ਹੈਗੇ for either program, studyship and overall ਚਾਹੀਦੇ ਆ, including 6.5 in writing। First of all, but please note that ਜੇ ਤੁਹਾਡੇ ਕੋਲ share band ਹੈਗਾ overall, ਤੁਸੀਂ eligible ਹੈਗੇ ਆ to apply, they will just be required to take our graduate preparatory program, which is for 12 weeks। ਉਹਦੀ cost ਹੈਗੀ approximately $3,500। So again, I do want to reiterate that students ਜਿਹਨਾਂ ਕੋਲ 6.0 overall ਹੈਗੇ apply ਕਰ ਸਕਦੇ ਆ। As far as ਆਪਣੇ requirements, 3.0 GPA ਚਾਹੀਦਾ from India or any country, as long as it's from a recognized university। Usually ਹੁੰਦਾ 60% ਹੁੰਦਾ ਹੈ ਜੇ ਆਪਾਂ ਬੇਸ ਕਰੀਏ from India GPA system। ਉਹ ਤੋਂ ਬਾਅਦ resume ਚਾਹੀਦਾ, 2 reference letters ਚਾਹੀਦੇ ਆ, ਨਾਲ ਦੀ ਨਾਲ letter of intent। ਆਪਾਂ ਨੂੰ ਕੋਈ seal transcripts ਚਾਹੀਦੇ ਨਹੀਂ that courier ਕਰਨੇ ਪੈਣੇ, all PDF copies are done। ਕਿਹੜੀ offer letters ਹੈਗੀ ਆ we can issue within 2 to 3 weeks, we get back to a student with a yes or no। So these are some of the basic requirements for both of our programs in regards to IELTS and also documentations that are needed as far as the percentage goes। So only IELTS 6.5 bands are required if they want to get into the course, right? For direct admission, 6.5 overall and 6.5 in writing is required. But again, please note that students with a 6.0 can apply. They will just be required to take a GPP. So basically, just student ko share band hai apply kar sakde hai, graduate preparatory program ਉਹਨਾਂ ਨੂੰ ਉਹ ਇੱਕ semester ਵਾਸਤੇ ਲੈਣਾ ਪੈਣਾ, ਉਹ ਹੈਗਾ 12 ਹਫ਼ਤੇ ਵਾਸਤੇ। So that's the condition। So I'll ask Sandra, as you are a program coordinator, so please tell us about the programs like Master of Public Policy and Administration and how it will be unique than others. Okay, well, thank you so much, Arshdeep. The Masters of Public Policy and Administration is very much a professionally driven program. It prepares students to be workforce ready in the area of public policy as well as with public administration. And what's important to note is that these 2 fields are very broad and vast. In every organization, in every formal organizational setting, we see public policy at work here. We're in the midst of a pandemic, so there are many policy analysts, public servants working to serve the public good. And in terms of that, Adler and the program that we are offering
is to basically bridge the theoretical with the practical know-how. Because in the end, every graduate, when they enter into the workforce, has to be ready to tackle those problems. So we have excellent faculty, we have excellent opportunities where students can bridge the theory with the practice through our internships. We believe that every student should have that opportunity to build their skills and build their competencies to be a productive citizen in Canada as well. So that's the Adler edge, I would say, compared to other institutions. We are small, but we take very good care to ensure that everyone is prepared for those challenges in the workforce. Students are worried for work permits as well. So is your courses eligible for postgraduate work permits as well? Based on my understanding, you will be able to qualify for a work permit, right? And so, again, the Canadian government writ large wants to encourage international students to come to Canada to continue their studies and eventually contribute. So my recommendation is, yes, do come and also seek out those opportunities to gain the work experience, right? So I'll ask Harry about this. So Harry, ਜਿੱਦਾਂ ਹੁਣ ਸੈਂਟਰ ਨੇ ਦੱਸਿਆ ਕਿ ਜਿਹੜੇ ਵਰਕ ਪਰਮਿਟ ਤੇ ਉਹ ਆ ਸਕਦੇ ਆ, ਪਰ ਸਟੂਡੈਂਟ ਕਿਹੜੀ ਕੰਡੀਸ਼ਨ ਦੇ ਅੰਦਰ ਵਰਕ ਪਰਮਿਟ ਲੈ ਸਕਦੇ ਆ, ਕਿਹੜੀ ਕੰਡੀਸ਼ਨ ਦੇ ਅੰਦਰ ਉਹ ਕੰਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ? ਦੇਖੋ, ਜਿਵੇਂ ਪਹਿਲਾਂ ਮੈਂ ਦੱਸਿਆ ਸੀਗਾ ਕਿ ਤੁਹਾਡਾ ਕੋਰਸ ਦੱਸਦਾ ਕਿ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਐਲੀਜੀਬਲ ਹੈਗੇ ਕਿ ਨਹੀਂ ਹੈਗੇ। ਦੈਟਸ ਦੀ ਆਫਟਰ ਦਾ। ਤੇ ਜੇ ਉਹ ਤੋਂ ਪਹਿਲਾਂ ਦੀ ਗੱਲ ਕਰੀਏ, ਤੁਸੀਂ ਵਰਕ ਪਰਮਿਟ ਦੀ ਗੱਲ ਕਰ ਰਹੇ ਹੋ ਜਾਂ ਕੰਮ ਕਰਨ ਦੀ ਕੰਡੀਸ਼ਨਸ ਦੀ ਗੱਲ ਕਰ ਰਹੇ ਹੋ। ਦੇਖੋ, ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਸਟੱਡੀ ਪਰਮਿਟ ਮਿਲਦਾ ਵਾ, ਤੁਸੀਂ ਪਹਿਲਾਂ ਸਟੱਡੀ ਪਰਮਿਟ ਨੂੰ ਕੇਅਰਫੁਲੀ ਪਹਿਲਾਂ ਰੀਡ ਕਰੋ। ਕਿਸੇ ਤਰੀਕੇ ਦੀ ਕੋਈ ਕੰਡੀਸ਼ਨਸ ਤਾਂ ਨਹੀਂ ਉਹਦੇ ਵਿੱਚ ਲੱਗੀ ਹੋਈ ਵੀ ਤੁਸੀਂ ਕੰਮ ਨਹੀਂ ਕਰ ਸਕਦੇ। ਅਗਰ ਕਿਸ ਤਰੀਕੇ ਦੀ ਕੋਈ ਕੰਡੀਸ਼ਨ ਨਹੀਂ ਹੈਗੀ ਤਾਂ ਤੁਸੀਂ 20 ਘੰਟੇ ਲੀਗਲੀ ਤੁਸੀਂ ਕੰਮ ਕਰ ਸਕਦੇ ਹੋ ਥਰੂ ਆਊਟ ਯੂਅਰ ਕੋਰਸ। ਜਿੱਦਾਂ ਤੁਹਾਡਾ ਕੋਰਸ ਸਟਾਰਟ ਹੁੰਦਾ, ਜਦ ਤੱਕ ਤੁਹਾਨੂੰ ਕੰਪਲੀਸ਼ਨ ਲੈਟਰ ਨਹੀਂ ਮਿਲਦੀ ਹੈਗੀ, ਤੇ ਜਦੋਂ ਤੁਹਾਨੂੰ ਕੰਪਲੀਸ਼ਨ ਲੈਟਰ ਮਿਲ ਜਾਂਦੀ ਹੈ ਉਸ ਦਿਨ ਤੁਸੀਂ ਕੰਮ ਕਰਨਾ ਬੰਦ ਕਰ ਦੇਣਾ। ਪਰ ਜੇ ਤੁਸੀਂ ਅੱਗੇ ਵੀ ਕੰਮ ਕਰਨਾ ਮੰਗਦੇ ਹੋ ਜਾਂ ਚਾਹੁੰਦੇ ਹੋ ਤੁਸੀਂ ਅੱਗੇ ਕੰਮ ਕਰਨਾ, ਤਾਂ ਤੁਸੀਂ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰ ਦਿਓ। ਜੇ ਅਪਲਾਈ ਕਰਤਾ ਫਿਰ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਤੇ ਥਰੂ ਆਊਟ ਕੋਰਸ ਜਦੋਂ ਵੀ ਤੁਹਾਨੂੰ ਕੋਈ ਸਕੈਜੂਅਲ ਬ੍ਰੇਕ ਹੁੰਦੀ ਆ, ਸਮਰ ਬ੍ਰੇਕ ਆ, ਕੋਈ ਵਿੰਟਰ ਬ੍ਰੇਕ ਆ, ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਉਦੋਂ ਵੀ। ਤੇ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਹੈ ਕਿ ਜੇ ਕੋਈ ਸਟੂਡੈਂਟ ਦਾ ਕੋਰਸ ਲੈਟਸ ਸਪੋਜ਼ 1 ਤਰੀਕ ਨੂੰ ਸਟਾਰਟ ਹੋਣਾ ਤੇ ਉਹ 15-16 ਨੂੰ ਇੱਥੇ ਲੈਂਡ ਕਰ ਗਿਆ, ਪਹਿਲਾਂ 15 ਦਿਨ ਪਹਿਲਾਂ ਲੈਂਡ ਕਰ ਗਿਆ, 10 ਦਿਨ ਪਹਿਲਾਂ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਹਾਡਾ ਕੰਮ ਉਦੋਂ ਸਟਾਰਟ ਹੋਣਾ ਜਿੱਦਾਂ ਤੁਹਾਡਾ ਪਹਿਲਾ ਦਿਨ ਹੋਣਾ ਕਾਲਜ ਦਾ। ਉਹ ਤੋਂ ਪਹਿਲਾਂ ਤੁਸੀਂ ਕੰਮ ਨਹੀਂ ਕਰ ਸਕਦੇ ਲੀਗਲੀ, ਕਿਉਂਕਿ ਜੇ ਤੁਸੀਂ ਏਦਾਂ ਕਰੋਗੇ ਤਾਂ ਮੇਬੀ ਤੁਹਾਡੇ ਲੀਗਲ ਐਕਸ਼ਨ ਤੁਹਾਡੇ ਆ ਸਕਦੇ, ਤੁਹਾਡੀ PR ਤੇ ਉਸ ਚੀਜ਼ ਦਾ ਅਸਰ ਪੈ ਸਕਦਾ। ਹੁਣ ਤਾਂ COVID-19 ਕਰਕੇ ਸਿਚੁਏਸ਼ਨ ਡਿਫਰੈਂਟ ਹੈਗੀਆਂ ਨੇ ਤੇ ਜਦੋਂ ਨੋਰਮਲ ਹੋਊਗਾ ਸੋ ਉਦੋਂ ਤੋਂ ਜਿਹੜਾ ਸਟਾਰਟ ਹੋ ਜਾਏਗਾ। ਸੋ ਕਮਲ, ਜੇ ਹੁਣ ਮੈਂ ਗੱਲ ਕਰਾਂ ਸਟੂਡੈਂਟਸ ਦੀ, ਵਰਕ ਕਰਨਾ ਵੀ ਉਹਨਾਂ ਦਾ 20 ਆਵਰਸ ਜਿੱਦਾਂ ਉਹ ਕੰਮ ਕਰ ਸਕਦੇ ਹੈਗੇ ਆ, ਪਰ ਕਾਲਜ ਦੇ ਵਿੱਚੋਂ ਕੋਈ ਆਫਰ ਹੈਗੀ ਹੈ ਕਿ ਤੁਸੀਂ ਉਹਨਾਂ ਦੀ ਹੈਲਪ ਕਰੋ ਜਾਂ ਕੋਈ ਕਾਲਜ ਪਲੇਸਮੈਂਟ ਹੈਗੀ ਹੈ ਤੁਹਾਡੇ ਕੋਲ ਰਿਪਲੇਸਮੈਂਟ? ਕਿਵੇਂ ਆਪਾਂ ਪਹਿਲਾਂ ਮੈਂਸ਼ਨ ਕੀਤਾ ਸੀ, ਕਿਹੜੇ ਸਾਰੇ ਪ੍ਰੋਗਰਾਮਸ ਹੈਗੇ ਆ ਜਦੋਂ ਸਟੂਡੈਂਟ ਪਹਿਲਾਂ ਐਂਟਰ ਹੁੰਦਾ ਆ ਵਿਦਨ ਦ ਫਰਸਟ ਔਰ ਸੈਕੰਡ ਸਮੈਸਟਰ। ਆਪਾਂ 200 ਆਵਰਸ ਰਿਕੁਆਇਰ ਕਰਦੇ ਹਾਂ ਪ੍ਰੈਕਟੀਕਮ ਇੰਟਰਨਸ਼ਿਪ ਸੋਸ਼ਲ ਜਸਟਿਸ। ਉਹ ਆਪਾਂ ਓਬਵੀਅਸਲੀ ਐਟ ਦਿਸ ਪਾਰਟਿਕੂਲਰ ਟਾਈਮ ਉਹ ਪੇਡ ਨਹੀਂਗਾ, ਪਰ ਉਹ ਗੇਨ ਹੁੰਦਾ that valuable experience. Kira university, we have a student services team. Kiri help kadi students know in helping them find part-time jobs, because only 20 hours a week legally come kar sakde while they're full-time student enrolled. So that usually isn't a problem. But as far as kiri apne practicums hai gaya, internships hai gaya, work experience hai gaya, university 100% provide kar diya. We have over 200 partnerships in Lower Mainland where we partner up, and I think Dr. Sandra will be talking more about that a little later. So ਇਹਦੇ ਵਿੱਚ ਇਹ ਆ students ਵਾਸਤੇ I think ਕਿਹੜੀ benefit ਆ, ਕਿਹੜਾ experience gain ਕਰਦੇ ਆ, ਕਿੱਥੇ ਇਹ practical internships ਕਰਦੇ ਆ। usually ਕਿਹੜੇ ਆਪਣੇ students ਹੈਗੇ ਆ usually by the end of the semester ਉੱਥੇ hire ਹੋ ਜਾਂਦੇ ਆ because they've already shown the capability that ਉਹ ਕੰਮ ਕਰ ਸਕਦੇ ਆ ਵਧੀਆ। ਤੇ ਇਹ jobs ਹੈਗੇ non-profit agencies and sometimes even government agencies ਕਿੱਥੇ ਆਪਾਂ place ਕਰਦੇ ਆ ਆਪਣੇ students ਨੂੰ to work. So Sandra, what is the minimum GPA in your university to get past? If a student fail, then what are their options? So myself being the program director, I pay careful attention to each and every individual student in the program.
And my goal is to make sure that they succeed. So I want to make sure that they're not going to fail. It's all about moving them forward. So the most important thing, though, is that if there are some hiccups along the way, we're here to help correct whatever course of action is required. If in the case students are struggling with their writing, we do have our graduate preparatory program offered throughout the year, so that, again, it may be that we brush up on our writing skills or our research skills or presentation skills. That is the life of graduate studies in Canada. So again, we want to make sure that the training is robust, the teaching is of high caliber, and our students are competent when they do graduate from the field. So in terms of failure, it's a very short program, and during my realm, that has not been the case, and I'm looking forward that it will never be the case at Adler University, right? But is there any other option for them? Well, so again, it really depends on if they do come into Adler University, I do hope they will feel that strong commitment to social justice, social change. We are looking for people that want to become future leaders to make a difference. And so in that case, I think it's important to steer people in that direction. If the program does not work, or if you do the training ground, but you find that you don't want to go into a government office, the training that you will receive in the public policy and administration programs, you can go into so many different settings in industry, the private sector, as well as for not-for-profits. So I want students to understand to choose very carefully and choose smartly their future direction of studies. And what you want to do, especially in this particular economy, is be prepared for the future and be nimble and be flexible. And that's what Adler offers in terms of its different programs, both the public policy program as well as the industrial psychology program. YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। We are talking about post-graduation work permits. So Harry, if I'll ask you ਕਿ ਇੱਕ ਨਾ ਉਹ ਹੁੰਦਾ ਹੈ ਕਿ ਤੁਸੀਂ ਜਿੱਥੇ ਗਏ ਹੈਗੇ ਆ ਉੱਥੇ ਹੀ ਕੰਮ ਕਰਨਾ ਹੁੰਦਾ ਆ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਵਰਕ ਕਰਦੇ ਹੈਗੇ ਆ, ਸਟੂਡੈਂਟ ਕਿਤੇ ਹੋਰ ਜਾ ਕੇ ਵੀ ਕੰਮ ਕਰ ਸਕਦੇ ਆ? ਦੇਖੋ, ਇਹ ਜੇ ਜਦੋਂ ਆਪਾਂ ਨੂੰ ਵਰਕ ਪਰਮਿਟ ਮਿਲਦਾ ਵਾ ਉਹਦੇ ਵਿੱਚ ਇੱਕ ਲੋਕੇਸ਼ਨ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਲੋਕੇਸ਼ਨ ਤੇ ਇੰਪਲੋਇਮੈਂਟ ਲੋਕੇਸ਼ਨ ਤੇ ਕੰਮ ਕਰਨਾ ਜਾਂ ਇਸ ਆਕੂਪੇਸ਼ਨ ਦੇ ਵਿੱਚ ਹੀ ਕੰਮ ਕਰਨਾ। ਅਗਰ ਤਾਂ ਉੱਥੇ ਲਿਖਿਆ ਗਿਆ, ਅਗਰ ਲੈਟਸ ਸਪੋਜ਼ ਲੋਕੇਸ਼ਨ ਦੇ ਵਿੱਚ ਟੋਰਾਂਟੋ ਲਿਖਿਆ ਬਟ ਕੰਡੀਸ਼ਨ ਦੇ ਵਿੱਚ ਥੱਲੇ ਕੁਝ ਨਹੀਂ ਲਿਖਿਆ ਉਹਨਾਂ ਨੇ, ਤਾਂ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ। ਅਗਰ ਉਹਨਾਂ ਨੇ ਕੰਡੀਸ਼ਨ ਦੇ ਵਿੱਚ ਮਾਰਕ ਕਰਤਾ ਕਿ ਤੁਸੀਂ ਟੋਰਾਂਟੋ ਹੀ ਕੰਮ ਕਰਨਾ, ਦੈਨ ਤੁਹਾਨੂੰ ਉਸ ਪ੍ਰੋਵਿੰਸ ਦੇ ਵਿੱਚ ਹੀ ਤੇ ਉਸ ਪਾਰਟੀਕੂਲਰ ਜੇ ਟ੍ਰੇਡ ਦੇ ਵਿੱਚ ਉਹਨਾਂ ਨੇ ਮਾਰਕ ਕੀਤਾ ਤਾਂ ਉੱਥੇ ਹੀ ਕੰਮ ਕਰਨਾ। ਮੋਸਟਲੀ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤਾਂ ਓਪਨ ਵਰਕ ਪਰਮਿਟ ਹੁੰਦਾ ਵਾ ਤੇ ਕੋਈ ਬਾਉਂਡਰੀਜ਼ ਕੋਈ ਰਿਸਟ੍ਰਿਕਟ ਨਹੀਂ ਕਰਦੇ, ਤੁਸੀਂ ਐਨੀਵੇਅਰ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ। ਦੇयर इज नो ਰਿਸਟ੍ਰਿਕਸ਼ਨ ਔਨ ਇਟ। ਸੋ ਕਿਤੇ ਵੀ ਕੰਮ ਕਰ ਸਕਦੇ ਆ। ਇਹਦੇ ਲਈ ਤੁਹਾਨੂੰ ਜਿਵੇਂ ਤੁਸੀਂ ਕਿਹਾ ਕਿ ਕਿਤੇ ਐਪਲੀਕੇਸ਼ਨ ਤੇ ਜਾਂ ਕੋਈ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਾਂ ਇਨਫੋਰਮ ਕਰਨਾ ਪੈਂਦਾ, ਸੋ ਇਦਾਂ ਦਾ ਕੁਝ ਤਾਂ ਨਹੀਂ ਹੁੰਦਾ? ਨਹੀਂ ਜੀ, ਜਦੋਂ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਦੇ ਹੋ ਤੁਹਾਨੂੰ ਓਪਨ ਮਿਲਦਾ ਵਾ, ਤੁਸੀਂ ਕਿਸੇ ਵੀ ਇੰਡਸਟਰੀ 'ਚ ਕਿਸੇ ਵੀ ਫੀਲਡ 'ਚ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। So Kamal, if I ask you, ਤੁਹਾਡੇ ਜਿਹੜੇ ਕੋਰਸ ਹੈਗੇ ਆ ਉਹਦੀ ਐਪਲੀਕੇਸ਼ਨ ਫੀਸ ਵੀ ਹੁੰਦੀ ਹੈ ਕੋਈ, ਪਹਿਲਾਂ ਭਰਨੀ ਪੈਂਦੀ ਹੈ ਉਹ ਐਪਲੀਕੇਸ਼ਨ ਦੇ ਟਾਈਮ? ਸੋ ਜੇ ਉਹਨਾਂ ਨੂੰ ਵੀਜ਼ਾ ਕਈ ਵਾਰ ਨਹੀਂ ਮਿਲਦਾ, ਪ੍ਰੋਬਲਮਸ ਆ ਜਾਂਦੀਆਂ ਨੇ, ਸੋ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ, ਰਿਜੈਕਟ ਹੋ ਜਾਂਦਾ ਹੈ, ਸੋ ਇਹ ਰੀਫੰਡੇਬਲ ਹੁੰਦੀਆਂ ਔਰ ਤੁਸੀਂ ਉਹ ਰੀਫੰਡ ਨਹੀਂ ਕਰਦੇ? ਹਾਂਜੀ, ਓਕੇ, ਗ੍ਰੇਟ ਕੁਐਸਚਨ। First of all, ਕਿਹੜੀ ਐਪਲੀਕੇਸ਼ਨ ਫੀ ਹੈਗੀ ਜਦੋਂ ਸਟੂਡੈਂਟ ਮੰਗਦਾ ਇਨਰੋਲ ਕਰਨ ਨੂੰ ਫॉर ਐਡਲਰ ਯੂਨੀਵਰਸਿਟੀ, $30 ਐਪਲੀਕੇਸ਼ਨ ਫੀ ਹੈ before they get an offer letter, ਉਹ ਹੈਗੀ ਹੈ non-refundable, ਹੈ ਨਾ। ਜਦੋਂ ਸਟੂਡੈਂਟ ਐਕਸੈਪਟਡ ਹੋ ਗਿਆ, ਉਹਨਾਂ ਨੇ LOA ਮਿਲ ਗਈ, study permit ਵਾਸਤੇ ਅਪਲਾਈ ਕੀਤਾ, by chance visa rejection ਹੋ ਗਈ, all they do is they send us the visa rejection letter, ਆਪਾਂ ਨੂੰ letter ਦੇ ਸਕਦੇ ਆ from the embassy, ਤੇ ਉਹ ਤੋਂ ਬਾਅਦ ਆਪਾਂ 3 weeks ਦੇ ਵਿੱਚ ਉਹਨਾਂ ਦਾ refund process ਕਰ ਲੈਣਾ। ਉਹਦੇ ਵਾਸਤੇ $200 refund application fee ਹੁੰਦੀ ਹੈ, the rest of the tuition fee is returned to the student. And also, I think, sorry, ਤੁਸੀਂ ਪੁੱਛਦੇ ਸੀਗੇ about ਜੇ students fail ਕਰਦੇ ਆ through Sandra. I think ਇੱਕ ਚੀਜ਼ ਕਿਹੜੀ ਐਡਲਰ ਯੂਨੀਵਰਸਿਟੀ ਵਾਸਤੇ ਬਹੁਤ ਵਧੀਆ ਚੀਜ਼ ਆ, ਆਪਣੇ ਕੋਲੇ 87% ਕਿਹੜੇ ਆਪਣੇ ਸਟੂਡੈਂਟਸ ਹੈਗੇ ਆ ਉਹ ਪਹਿਲਾਂ ਜਦੋਂ ਸ਼ੁਰੂ ਕਰਦੇ ਉਹ ਸਾਰਾ ਪ੍ਰੋਗਰਾਮ ਫਿਨਿਸ਼ ਕਰਦੇ ਆ। First of all, ਜੇ ਕੋਈ ਸ਼ੁਰੂ
ਆ ਗਿਆ enrolled ਉਹ ਫਿਨਿਸ਼ ਕਰਕੇ ਜਾਂਦਾ। ਨੰਬਰ 2 ਕਿਹੜਾ ਆਪਣਾ ਫੇਲਿੰਗ ਸਿਸਟਮ ਹੁੰਦਾ ਆ ਅੱਜ ਤੱਕ for the last 3 semesters ਆਪਾਂ ਦੇਖਿਆ ਸਟੂਡੈਂਟਸ ਫੇਲ ਨਹੀਂ ਹੁੰਦੇ। ਉਹ ਕਾਹਤੋਂ? ਬਿਕਾਜ਼ ਕਿਹੜੀ ਯੂਨੀਵਰਸਿਟੀ ਹੈਗੀ ਆ, it's a boutique size university where we give that service to the students। ਸਟੂਡੈਂਟਸ ਨੂੰ ਪ੍ਰੋਗਰਾਮ ਡਾਇਰੈਕਟਰ ਜਾਣਦਾ ਆ, student services ਜਾਣਦੇ, ਆਪਣਾ executive dean who comes from Langara College, he's a vice president there and he's our executive dean for our Vancouver campus। ਉਹ ਵੀ ਹੈਗੀ ਆ, support system ਹੈਗੀ ਆ that by chance student ਨੇ ਇੱਕ project ਵਿੱਚ ਨਹੀਂ ਵਧੀਆ ਹੋਇਆ, ਉਹ ਡਾਕਟਰ ਸੈਂਡਰ ਨਾਲ ਗੱਲ ਕਰ ਸਕਦੇ ਆ ਤੇ always help ਕਰਨ ਨੂੰ ਤਿਆਰ ਆ। It's never about student ਨੂੰ ਆਪਾਂ fail ਕਰਨਾ, it's about how we can make sure that student is successful। That's one thing that ਆਪਣੀ ਯੂਨੀਵਰਸਿਟੀ ਦੇ ਵਿੱਚ I think ਹੈਗਾ, that we have a very high success rate of students that graduate। ਨਾਲ ਦੀ ਨਾਲ ਕਿਹੜੇ students ਆਉਂਦੇ ਆ ਉਹ ਪਾਸ ਹੁੰਦੇ ਆ। That's great ਕਿ ਸਟੂਡੈਂਟਸ ਜਿਹੜੇ ਆਉਂਦੇ ਆ ਪੜ੍ਹਾਈ ਦੇ ਵਾਸਤੇ ਆਉਂਦੇ ਆ, ਸੋ ਉਹਨਾਂ ਦਾ ਮੇਨ ਮੋਟਿਵ ਸਟੱਡੀ ਹੈਗਾ ਆ, ਸੋ ਬਾਅਦ ਦੀਆਂ ਗੱਲਾਂ ਤਾਂ ਬਾਅਦ ਚ ਹੁੰਦੀਆਂ ਨੇ। ਪਰ ਹੈਰੀ ਜਦੋਂ ਰਿਫਿਊਜ਼ ਹੋ ਜਾਂਦਾ ਕੇਸ ਤੇ ਉਹ ਬਹੁਤ ਔਖਾ ਹੁੰਦਾ ਆ, ਕਿਉਂਕਿ ਬਹੁਤ ਮਿਹਨਤ ਕੀਤੀ ਵੀ ਹੁੰਦੀ ਹੈਗੀ ਆ ਬੱਚਿਆਂ ਨੇ ਆਪਣਾ, ਜਿਵੇਂ ਜੇ ਕਿਸੇ ਹੋਰ ਇੰਟਰਨੈਸ਼ਨਲ ਦੀ ਗੱਲ ਕਰੀਏ ਕਿਸੇ ਹੋਰ ਕੰਟਰੀ ਦੀ, ਤਾਂ ਉੱਥੇ ਵੀ ਉਹਨਾਂ ਨੇ ਆਪਣੀ ਸਟੱਡੀ ਛੱਡੀ ਹੁੰਦੀ ਹੈ, ਸਾਰਾ ਫੋਕਸ ਉਹਨਾਂ ਨੇ ਕਿਸੇ ਹੋਰ ਕਿਤੇ ਜਾ ਕੇ ਪੜ੍ਹਾਈ ਕਰਨ ਤੇ ਲਗਾਇਆ ਹੁੰਦਾ। ਸੋ ਹਾਊ ਯੂ ਤੁਸੀਂ ਕਿਵੇਂ ਇਹ ਕਰਦੇ ਹੈਗੇ ਆ ਡੀਲ ਇਸ ਰਿਫਿਊਜ਼ਲ ਦੇ ਨਾਲ ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ? ਦੇਖੋ, ਜਦੋਂ ਰਿਫਿਊਜ਼ਲ ਆਉਂਦੀ ਆ ਸਟੂਡੈਂਟ ਨੇ ਨਿਰਾਸ਼ ਹੋਣਾ ਹੀ ਹੁੰਦਾ, ਤੇ ਨਾਲ ਜਿਸਨੇ ਵੀ ਉਹ ਕੇਸ ਲਾਇਆ ਹੁੰਦਾ ਉਹਦੇ ਤੇ ਵੀ ਅਸਰ ਪੈਂਦਾ ਕਿ ਯਾਰ ਕੇਸ ਕਿਉਂ ਰਿਫਿਊਜ਼ ਹੋਇਆ ਵਾ। ਤੇ ਮੋਸਟਲੀ ਜਿਹੜੇ ਅਸੀਂ ਰਿਫਿਊਜ਼ ਕੇਸਿਸ ਦੇਖਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਫੋਕਸ ਕਰੀਦਾ ਕਿ ਉਹਦੀ ਰਿਫਿਊਜ਼ਲ ਦਾ ਰੀਜ਼ਨ ਕੀ ਸੀਗਾ। ਕੋਈ ਜੈਨਰਿਕ ਰੀਜ਼ਨ ਆਇਆ ਜਾਂ ਕੋਈ ਕਿਸੇ ਪਾਰਟੀਕੂਲਰ ਗੱਲ ਨੂੰ, ਕਿਸੇ ਪਾਰਟੀਕੂਲਰ ਚੀਜ਼ ਨੂੰ ਉਹਨਾਂ ਨੇ ਪਿਨ ਪੁਆਇੰਟ ਕੀਤਾ ਵਾ। ਫਿਰ ਉਸ ਤੋਂ ਬਾਅਦ ਆਫਿਸਰ ਦੇ ਨੋਟਸ ਕਢਵਾ ਕੇ ਦੇਖੀਦੇ ਆ। ਇਹ ਨਹੀਂ ਹੈਗਾ ਕਿ ਰਿਫਿਊਜ਼ ਹੋਇਆ ਤੇ ਨਾਲ ਦੀ ਨਾਲ ਚੱਕ ਕੇ ਫਿਰ ਦੁਬਾਰਾ ਫਾਈਲ ਲਾਤੀ, ਕਿਉਂਕਿ ਸੇਮ ਡਾਕੂਮੈਂਟ ਨੇ ਫਿਰ ਦੁਬਾਰਾ ਚਲੇ ਗਏ, ਫਿਰ ਰਿਫਿਊਜ਼ਲ ਆ ਸਕਦੀ ਆ ਜੇ ਚਾਂਸਿਸ ਜ਼ਿਆਦਾ ਨੇ ਉਹਦੇ। ਇਸ ਲਈ ਆਫਿਸਰ ਦੇ ਨੋਟਸ ਕਢਵਾ ਕੇ ਚੈੱਕ ਕਰੀਦੇ ਆ ਕਿ ਰੀਜ਼ਨ ਕੀ ਸੀਗਾ। ਕੋਈ ਆਫਿਸਰ ਨੇ ਕੋਈ ਫੰਡਸ ਤੇ ਕੋਈ ਫਿੰਗਰ ਰੇਜ਼ ਕੀਤੀ ਆ, ਜਾਂ ਤੁਹਾਡੇ ਕਿਸੇ ਸਟੱਡੀ ਤੇ, ਜਾਂ ਤੁਹਾਡੇ ਕਿਸ ਗੱਲ ਦੇ ਉੱਤੇ ਉਹਨੇ ਕਿਸ ਗੱਲ ਕਰਕੇ ਤੁਹਾਨੂੰ ਰਿਫਿਊਜ਼ ਕੀਤਾ ਤੁਹਾਡਾ ਕੇਸ। ਫਿਰ ਜੋ ਵੀ ਉਹਨਾਂ ਦਾ ਰੀਜ਼ਨ ਆ ਉਹਦੇ ਤੇ ਫਿਰ ਵਰਕਆਊਟ ਕਰੀਦਾ ਕਿ ਲੈਟਸ ਸਪੋਜ਼ ਜੇ ਫੰਡਸ ਤੇ ਉਹਨਾਂ ਨੇ ਰਿਫਿਊਜ਼ ਕੀਤਾ ਵਾ ਤੇ ਉਸਨੂੰ ਦੇਖੀਦਾ ਕਿ ਇਹਦੇ ਨਾਲ ਫੰਡਸ ਤੇ ਕੀ ਡਾਕੂਮੈਂਟ ਲਾਏ ਸੀਗੇ, ਜਾਂ ਜੇ ਐਕੈਡੈਮਿਕ ਤੇ ਕੀਤਾ ਤਾਂ ਕੀ ਐਕੈਡੈਮਿਕ ਤੁਹਾਡੀ ਸਕੋਰਿੰਗ ਕੀ ਸੀ, ਤੁਸੀਂ ਜੋ ਪ੍ਰੋਗਰਾਮ ਦੇ ਲਈ ਅਪਲਾਈ ਕੀਤਾ ਤੁਸੀਂ ਉਹ ਕ੍ਰਾਈਟੇਰੀਆ ਮੀਟ ਕਰਦੇ ਵੀ ਸੀ ਕਿ ਨਹੀਂ ਕਰਦੇ, ਕਿ ਉੱਤੇ ਚੱਕ ਕੇ ਫਾਈਲ ਲਗਾ ਦਿੱਤੀ ਆ। ਤਾਂ ਉਹ ਸਾਰੀਆਂ ਚੀਜ਼ਾਂ ਕੰਸੀਡਰ ਕਰਕੇ ਫਿਰ, ਕਿਉਂਕਿ ਇੱਕ ਵਾਰੀ ਜਦੋਂ ਰਿਫਿਊਜ਼ ਹੋ ਜਾਵੇ ਫਿਰ ਦੁਬਾਰਾ ਕੇਸ ਬਹੁਤ ਹੀ ਕੇਅਰਫੁਲੀ ਲਾਉਣਾ ਪੈਂਦਾ ਵਾ। ਤੇ ਅਸੀਂ ਨਾਲ ਆਪਣੀ ਸਬਮਿਸ਼ਨ ਲੈਟਰ ਲਾਉਂਦੇ ਆ ਤੇ ਉਹਦੇ ਵਿੱਚ ਮੈਂਸ਼ਨ ਕਰਦੇ ਆ ਕਿ ਪਹਿਲਾਂ ਰਿਫਿਊਜ਼ ਕਿਉਂ ਹੋਇਆ ਸੀ, ਤੇ ਇਹ ਤੇ ਹੁਣ ਜਿਹੜਾ ਅਸੀਂ ਦੁਬਾਰਾ ਕੇਸ ਲਾ ਰਹੇ ਹਾਂ ਇਹ ਕਿਹੜੇ ਡਾਕੂਮੈਂਟ ਨਵੇਂ ਅਟੈਚ ਕਰਕੇ ਅਸੀਂ ਲਾ ਰਹੇ, ਕਿਉਂਕਿ ਉਹੀ ਡਾਕੂਮੈਂਟਸ ਫੇਰ ਲਾਉਂਗੇ ਆਫਿਸਰ ਨੇ ਕਹਿਣਾ ਤਾਂ ਫੇਰ ਤੁਸੀਂ ਉਹੀ ਸਬਮਿਟ ਕਰਦੇ। ਸੋ ਵੈਰੀ ਕੇਅਰਫੁਲੀ ਦੇਖਣੇ ਪੈਂਦੇ ਆ ਰਿਫਿਊਜ਼ਲ ਕੇਸਿਸ। So one more question to Sandra as well. So Sandra, is your university providing any sort of scholarships? If you do, then what are the conditions and how much the scholarships will be? So the university does offer scholarships, and that is normally done through the entry grades. So when entering into the programs, and what we're trying to do is, as we're growing in numbers, we also want to build out more opportunities of increasing the number of scholarships. So in this case, right now, students are eligible to apply for what we call our community scholarships, and it roughly is it ranges in amounts between $1,000 to $3,000. And so what we are hoping though is that as we do grow in our numbers and build up more partnerships, we'll be able to provide more scholarships, especially to international students as well. That's an important base. Is there any other help you are providing to the students? In this point in time, I think what's very important is that they get the right training and the right preparation. So the field experience that's gained through the social justice practicum, as well as the policy internship. 500 hours will be completed at the end of their study, which means there are 500 hours ahead in gaining Canadian experience. So I'm hoping that that time will be used very well to build and leverage and enhance their skills to be workforce ready. There are many universities, Sandra, around if we will talk about BC, there are many universities. If I'm talking to any international students, why I give reference like go to Adler University? They should go to Adler University because we're a school that cares very much about building future leaders.
because as we look around us right now, there are some pressing social issues. And in my program, I take it very personally that we create that next generation of leaders to tackle those problems. So that for me is the personal commitment as the program director. What also sets us apart is we're named after a very famous community psychologist, Alfred Adler, and he was the first psychologist to understand the importance between individual health and social conditions. So each and every one who is at Adler University is committed to that particular principle and vision. So I think it's very important that we equip ourselves to work together and build out very strong and robust communities across the globe. So my next question will be to Kamal. So Kamal, ਜਿੱਦਾਂ ਹੁਣ COVID-19 ਦੇ ਕਰਕੇ ਜਿਹੜੀਆਂ admissions ਹੋਈਆਂ ਸੀ ਸਾਰੇ ਕਿਤੇ stop ਹੋ ਗਿਆ. Nobody is coming because flights are not coming from any country. So ਜਿਨ੍ਹਾਂ ਦੀ admissions ਹੋ ਰਹੀਆਂ ਸੀ ਉਹਨਾਂ ਦਾ ਕੀ status ਇਸ time? It's a very good question. ਇਹਦਾ ਦਾ ਇਹ ਹੈ ਦੇਖੋ ਜੀ ਕਿਹੜੇ applications submitted at embassies कोई result है नहीं गा वो students defer हो गए for September intake until embassy makes a decision. Number two, I believe rules regulations Canadian government ने कटे चाहिए that student can complete online 50% of their degrees. So कहना दे visa लगे हुए हैं that are either in India before the situation arose and they haven't traveled, meaning Canada ही नहीं गए उन्हें कोई opportunity हैगी आ ਆਪਾਂ ਦਿੱਤੀ ਸੀਗੀ virtually for May term or ਜੇ ਮੰਗਦੇ ਆ to defer for September term will be an option ਹੈਗੀ ਆ student ਕੋਲੇ. So right now it's virtual online ਕਿਵੇਂ ਸਾਰੇ institutions ਕਰਦੇ ਆ ਆਪਾਂ ਕਿਹੜੇ applications already submitted in the embassy for May term ਸੀਗੇ ਉਹ defer ਹੋ ਗਏ for September. So Sandra, as a program coordinator, how you coordinate with the students who are not in Canada right now, but they are enrolled in the May session or the September session? So our university quickly adopted online delivery, and so we have various platforms, for example, using Zoom technology for live conferencing, as well as asynchronous methods where, again, you can work on the side and not necessarily be online. But what is important is that with the accessibility, the tools are there, and we make sure that the students are equipped to do that and to follow their coursework. So despite the situation of the closed borders and so on, right now at the very highest levels between our different governments, we're talking about how do we bring our international students to Canada. So I am hoping that there will be some reasonableness to help facilitate that. But in the interim, I would encourage prospective students to move forward with their applications and if necessary to defer if they would like, but also they have the chance to jump right into their studies and be ahead and move forward in their plans in their scholarship and studies. So we can say that ki ਜਿਹੜੇ international students ਹੈਗੇ ਆ ਉਹਨਾਂ ਕੋਲ option ਹੈਗੀ ਆ they can study online 50%. Harry, what is your opinion to the international students who still want to come to the Canada? ਦੇਖੋ ਜੀ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਤੁਸੀਂ ਜਦੋਂ ਵੀ ਕੈਨੇਡਾ ਆਉਣਾ ਵਾ ਉਹ ਤੁਸੀਂ ਆਪਣਾ ਕਾਲਜ ਚੂਜ਼ ਦੇਖੋ ਕਿਹੜਾ ਕਰ ਰਹੇ ਹੋ ਕੋਰਸ ਕਿਹੜਾ ਚੂਜ਼ ਕਰ ਰਹੇ ਹੋ ਤੇ ਕੀ ਤੁਹਾਡੇ ਲਈ ਬੈਸਟ ਆ ਕਿਉਂਕਿ ਇਹ ਤੁਹਾਡੇ ਫਿਊਚਰ ਦੀ ਗੱਲ ਆ ਤੁਸੀਂ ਉਹ ਸਭ ਕੁਝ ਦੇਖ ਕੇ ਫਿਰ ਤੁਸੀਂ ਕੈਨੇਡਾ ਆਓ ਪਲੀਜ਼ Kamal, you want to say something else about the university and the programs? I think that ਕਿਹੜੀ ਆਪਣੀ ਯੂਨੀਵਰਸਿਟੀ ਹੈਗੀ ਆਪਣੇ ਕੋਲੇ ਜਦੋਂ ਆਪਾਂ ਵਧੀਆ ਕੰਮ ਕਰਦੇ ਹਾਂ with our partners ਕਿਵੇਂ ਹੈਰੀ ਹੈਗੇ ਆ that know the product in and out ਉਹਨਾਂ ਨੂੰ ਸਾਰਾ ਕੁਝ ਪਤਾ ਯੂਨੀਵਰਸਿਟੀ ਵਾਸਤੇ I highly recommend ਆਪਣੇ ਕਿਹੜੇ potential students inquire ਕਰਦੇ ਆ definitely contact Harry provide ਕਰ ਸਕਦੇ more information about our programs. ਇੱਕ ਚੀਜ਼ about Adler that I can say is that we care. I think that ਜਦੋਂ ਕੋਈ student ਆਊਗਾ on campus and they meet the program director ਉਹਨਾਂ ਨੂੰ ਪਤਾ ਲੱਗ ਜਾਣਾ ਯਾਰ ਇਹ ਯੂਨੀਵਰਸਿਟੀ ਅਲੱਗ ਆ in the sense that ਆਪਾਂ ਹੈਗੇ ਆ the services ਆਪਾਂ provide ਕਰਦੇ ਆ ਕਿਉਂਕਿ ਆਪਣੇ ਕੋਲੇ boutique size university ਆ where we definitely care for each one of our students / I think ਜਿਹੜੇ ਆਪਣੇ diversity ਹੈਗੀ ਆ from Latin America, Middle East, Iran and India ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ within international students is they're all very helpful. They're very helping each other, and I think that's the main thing that us support system हैगी है, especially for new students that just arrived. They कई बारी दिल नहीं लगता. That's one thing I can say about Adler. So Sandra, anything else you want to share as well?
I just want to basically echo what Kamal has said. Adler University is a very caring university, and I think it's very important that the graduate student experience is a very positive one, and it's about making success happen and working together as a community. So when you leave your homeland, you're going to be coming to a new home, and we hope that it's going to be Adler University. Thank you so much all, but last but not the least, as you can see on the screen that we are having a campaign Duriye Nahi Ladiye and fight against COVID-19. In this situation, what will be your personal message to the viewers? I'll start with Harry. ਹਾਂਜੀ ਤੁਸੀਂ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਊਂਗਾ ਕਿ ਆਪਣੇ ਮਾਸਕ ਵਗੈਰਾ ਲਾ ਕੇ ਬਾਹਰ ਜਾਓ, ਜਿਹਨੇ ਜਾਣਾ ਹੈਂਡ ਸੈਨੀਟਾਈਜ਼ ਕਰੋ ਜ਼ਰੂਰ, ਤੇ ਹੋ ਸਕੇ ਜਿੰਨਾ ਹੋ ਸਕਦਾ ਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਜਿਹੜੀ ਬਣਾ ਕੇ ਰੱਖੋ, ਤੇ stay home, stay safe. This is what I want to say at the end. Kamal, you want to say something? Yeah, COVID-19? Yeah, exactly. Same thing that Harry ne kahi hai. Just be safe, be smart, and definitely jo tusi bahar jane ho, wash your hands, have a face mask, and be safe. That's all. Sandra, you want to say something about the COVID-19 to viewers? What I'd like to say is we should be proudly Canadian, do our civic duty, stay home, stay safe. Definitely wash your hands often, wear a face mask if you do go out. But let's actually listen to our public health officer, Dr. Bonnie Henry, and keep our community safe from COVID. Thank you so much. Thank you so much, everyone. Stay safe and social distance. I think bana ke rakho and keep in touch. Thank you so much. Thank you. Thank you. ਸੋ ਅੱਜ ਕੱਲ੍ਹ ਬਾਤ ਹੋਈ ਆਲਡਰ ਯੂਨੀਵਰਸਿਟੀ ਤੋਂ ਐਸੋਸੀਏਟ ਡਾਇਰੈਕਟਰ ਆਫ ਇੰਟਰਨੈਸ਼ਨਲ ਐਡਮਿਸ਼ਨਸ ਅਤੇ ਨਾਲ ਹੀ ਇੱਕ ਪ੍ਰੋਗਰਾਮ ਡਾਇਰੈਕਟਰ ਦੇ ਨਾਲ, ਜਿਨ੍ਹਾਂ ਨੇ ਸਾਨੂੰ ਉਹਨਾਂ ਦੀ ਯੂਨੀਵਰਸਿਟੀ ਦੇ ਬਾਰੇ ਦੱਸਿਆ। ਜੇ ਤੁਸੀਂ ਵੀ ਇੰਟਰਨੈਸ਼ਨਲੀ ਪੜ੍ਹਨ ਆਉਣਾ ਚਾਹੁੰਦੇ ਹੋ ਤਾਂ ਇਸ ਯੂਨੀਵਰਸਿਟੀ ਦੇ ਨਾਲ, ਆਲਡਰ ਯੂਨੀਵਰਸਿਟੀ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਆ, ਇਹਨਾਂ ਦੀ ਵੈਬਸਾਈਟ ਦੇ ਉੱਤੇ ਰਿਕੁਆਇਰਮੈਂਟਸ ਦੇ ਬਾਰੇ ਜਾਣਕਾਰੀ ਲੈ ਸਕਦੇ ਆ। ਜੇ ਤੁਸੀਂ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਆਲਡਰ ਯੂਨੀਵਰਸਿਟੀ ਦੇ ਨਾਲ ਸੰਪਰਕ ਕਰ ਸਕਦੇ ਆ। ਪਰ ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਸੰਬੰਧੀ ਕੋਈ ਵੀ ਸਲਾਹ ਚਾਹੀਦੀ ਹੈ ਤਾਂ ਤੁਸੀਂ ਉਹਦੇ ਲਈ ਔਰਿਗਨ ਐਜੂਕੇਸ਼ਨਲ ਸਰਵਿਸਿਜ਼ ਤੋਂ ਜੋ ਹੈਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਸੋ ਹੁਣ COVID-19 ਕਰਕੇ ਹਾਲਾਤ ਡਿਫਰੈਂਟ ਨੇ। ਅਗਲੀ ਵਾਰ ਅਸੀਂ ਚਾਹੁੰਦੇ ਹਾਂ ਕਿ ਹੁਣ ਜਦੋਂ ਨਵੀਆਂ ਐਡਮਿਸ਼ਨਸ ਹੋਣ, ਉਹਦੇ ਲਈ ਜੋ ਨਵੀਆਂ ਰਿਕੁਆਇਰਮੈਂਟਸ ਹੋਣ, ਉਹ ਵੀ ਤੁਹਾਨੂੰ ਪਤਾ ਲੱਗਦੀਆਂ ਰਹਿਣ ਕਿ ਕੀ ਕੁਝ ਹੋ ਰਿਹਾ, ਕੀ ਕੁਝ ਹੋਵੇਗਾ ਜੇ ਇੰਟਰਨੈਸ਼ਨਲੀ ਤੁਸੀਂ ਪੜ੍ਹਨ ਆਉਣਾ ਹੈਗਾ ਆ। ਸੋ ਟਿਲ ਦੈਨ ਤੁਸੀਂ ਰੱਖੋ ਆਪਣਾ ਖਿਆਲ, ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।